ਦੋਸਤੋ ਪੰਜਾਬੀ ਟ੍ਰਿਬਿਊਨ ਦੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿਸਾਨ ਅੰਦੋਲਨ ਖੇਤੀ ਆਰਡੀਨੈਂਸ ਬਨਾਮ ਪੰਜਾਬ APMC ਐਕਟ 2017 ਨੂੰ ਲੈ ਕੇ, ਜਿਸ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਕੋਆਰਡੀਨੇਟਰ ਸ਼੍ਰੀ ਹਮੀਰ ਸਿੰਘ ਜੀ। ਸਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਖੇਤੀ ਆਰਡੀਨੈਂਸ ਖਿਲਾਫ ਜਿਹੜੀ ਪੰਜਾਬ 'ਚ ਅੰਦੋਲਨ ਦੀ ਸ਼ੁਰੂਆਤ ਹੋਈ ਸੀ ਉਹ ਅੱਜ ਹਰਿਆਣਾ ਤੱਕ ਪਹੁੰਚ ਗਈ ਹੈ। ਹਰਿਆਣਾ 'ਚ ਵੀ ਅੱਜ ਵੱਡੇ ਪੱਧਰ 'ਤੇ ਕਿਸਾਨਾਂ ਤੇ ਆੜ੍ਹਤੀਆਂ ਵੱਲੋਂ ਜਿਹੜਾ ਅੰਦੋਲਨ ਕੀਤਾ ਗਿਆ, ਪਰ ਉੱਥੇ ਹੀ ਪੰਜਾਬ ਦੇ ਵਿੱਚ ਇੱਕ ਗੱਲ ਹੋਰ ਆ ਰਹੀ ਹੈ। ਕੇਂਦਰ ਤੇ ਸ਼੍ਰੋਮਣੀ ਅਕਾਲੀ ਦਲ ਨੇ ਇਹ ਗੱਲ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਵੀ ਕਿ ਕੈਪਟਨ ਅਮਰਿੰਦਰ ਸਿੰਘ ਆਰਡੀਨੈਂਸਾਂ ਨੂੰ ਲੈ ਕੇ ਜਿਹੜਾ ਦੋਹਰਾ ਰਵੱਈਆ ਅਪਣਾ ਰਹੇ ਨੇ। ਇੱਕ ਪਾਸੇ ਤਾਂ ਆਰਡੀਨੈਂਸਾਂ ਦਾ ਵਿਰੋਧ ਕਰ ਰਹੇ ਨੇ, ਦੂਜੇ ਪਾਸੇ ਜਿਹੜਾ ਇਸੇ ਤਰ੍ਹਾਂ ਦਾ ਸੇਮ ਜਿਹੜਾ ਹੈਗਾ ਉਹ APMC ਐਕਟ 2017 'ਚ ਜੋ ਆਰਡੀਨੈਂਸਾਂ ਦੀਆਂ ਗੱਲਾਂ ਉਹ ਸਾਰੀਆਂ ਲਾਗੂ ਕਰ ਚੁੱਕੇ ਨੇ 2017 'ਚ ਪੰਜਾਬ 'ਚ। ਅਸੀਂ ਜਾਣਨਾ ਚਾਹਾਂਗੇ ਵੀ ਕਿ APMC ਐਕਟ ਤੇ ਇਹਨਾਂ ਆਰਡੀਨੈਂਸਾਂ 'ਚ ਕੀ ਵੱਖਰੀਵਾਂ ਹੈ, ਉਸ ਪਿੱਛੇ ਜਿਹੜਾ ਹੈਗਾ ਸਾਡੇ ਦਰਸ਼ਕਾਂ ਨੂੰ ਵਿਸਥਾਰਪੂਰਵਕ ਦੱਸੋ। ਅਸਲ ਦੇ ਵਿੱਚ ਇਹ ਹੈ ਕਿ ਅਪਰੋਚ ਦੇ ਤੌਰ ਤੇ, ਪਹੁੰਚ ਦੇ ਤੌਰ ਤੇ ਤਾਂ ਜੇ ਦੇਖਿਆ ਜਾਵੇ ਕਿ ਕਾਂਗਰਸ ਤੇ ਅਕਾਲੀ ਜਾਂ BJP 'ਚ ਕੋਈ ਪਾਲਿਸੀ ਲੈਵਲ ਦਾ ਬਹੁਤ ਬੜਾ ਫਰਕ ਨਹੀਂ ਹੈ। ਜੇਕਰ ਇਹ ਦੇਖਿਆ ਜਾਵੇ ਜਿਹੜੀ ਗੱਲ ਅੱਜ ਕੱਲ੍ਹ ਚੱਲ ਰਹੀ ਹੈ ਕਿ ਮੌਂਟੇਕ ਸਿੰਘ ਆਹਲੂਵਾਲੀਆ ਦੀਆਂ ਜਿਹੜੀਆਂ ਸਿਫਾਰਸ਼ਾਂ ਨੇ ਜਿਹਦੇ 'ਤੇ ਰੌਲਾ ਪੈ ਰਿਹਾ, ਸਾਰੇ ਬਿਜਲੀ ਵਾਲੇ ਪਾ ਰਹੇ ਨੇ, ਕਿਸਾਨ ਪਾ ਰਹੇ ਨੇ, ਮਜ਼ਦੂਰ ਮੁਲਾਜ਼ਮ, ਉਹ ਸਿਫਾਰਸ਼ਾਂ ਲਗਭਗ ਉਹੋ ਜਿਹੀਆਂ ਨੇ ਜਿਹੋ ਜਿਹੀਆਂ ਕੇਂਦਰ ਸਰਕਾਰ ਨੇ ਕੀਤੀਆਂ ਨੇ। ਮਤਲਬ ਆਰਡੀਨੈਂਸਾਂ ਬਾਰੇ ਵੀ ਉਹ ਲਗਭਗ ਜਸਟੀਫਿਕੇਸ਼ਨ ਆ ਹੋਰ। ਪਰ ਜਿੱਥੋਂ ਤੱਕ ਗੱਲ ਹੈ ਕਿ 2017 ਦਾ ਜਿਹੜਾ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ ਕਾਨੂੰਨ ਹੈ 2017 ਪੰਜਾਬ ਦਾ, ਉਹਦਾ ਤੇ ਆਰਡੀਨੈਂਸਾਂ ਦਾ ਕੀ ਫਰਕ ਹੈ, ਇਹ ਗੱਲ ਸਮਝਣੀ ਬੜੀ ਜ਼ਰੂਰੀ ਹੈ। ਹੁਣ ਰੋਲ ਘਚੋੜਾ ਅਸਲ ਦੇ ਵਿੱਚ ਇਹ ਪਿਆ ਹੋਇਆ ਹੈ ਕਿ ਕੀ ਉਹ ਕਾਨੂੰਨ ਉਹੀ ਹੈ ਜਿਹੜਾ ਆਰਡੀਨੈਂਸਾਂ ਦੇ ਵਿੱਚ ਜਿਵੇਂ ਕੀਤਾ ਜਾ ਰਿਹਾ, ਜਾਂ ਉਹ ਕਾਨੂੰਨ ਤੇ ਆਰਡੀਨੈਂਸਾਂ 'ਚ ਕੋਈ ਫਰਕ ਹੈ। ਘੱਟੋ ਘੱਟ ਜਿਹੜੇ ਅੰਦੋਲਨਕਾਰੀ ਕਿਸਾਨ ਵੀ ਨੇ ਜਾਂ ਜਿਹੜੇ ਲੋਕ ਆਰਡੀਨੈਂਸਾਂ ਦਾ ਵਿਰੋਧ ਕਰਦੇ ਨੇ, ਉਹਨਾਂ ਨੂੰ ਵੀ ਬਾਦਲੀਲ ਇਹ ਗੱਲ ਸਮਝਣੀ ਤੇ ਸਮਝਾਉਣੀ ਬੜੀ ਜ਼ਰੂਰੀ ਹੈ ਕਿ ਉਹ ਅੱਗੇ ਲੋਕਾਂ ਨਾਲ ਇੱਕ ਗੱਲ ਕਰ ਸਕਣ ਇਹਦੇ। ਹੁਣ ਜੇਕਰ ਦੇਖਿਆ ਜਾਏ, ਅਸਲ ਦੇ ਵਿੱਚ ਕੇਂਦਰ ਸਰਕਾਰ ਨੇ 2017 ਦੇ ਵਿੱਚ ਹੀ ਇੱਕ ਮਾਡਲ ਐਕਟ ਪਾਸ ਕੀਤਾ। ਪਹਿਲਾਂ 2003 'ਚ ਖੇਤੀਬਾੜੀ ਸੰਬੰਧਿਤ ਤੇ ਲਾਈਵ ਸਟਾਕ ਦਾ ਕੀਤਾ ਤੇ ਫਿਰ 2017 'ਚ ਕੀਤਾ। ਉਹੀ ਕੇਂਦਰ ਸਰਕਾਰ ਇੱਕ ਲਗਾਤਾਰ ਦਬਾਅ ਬਣਾਉਂਦੀ ਆ ਰਹੀ ਹੈ ਸੂਬਾ ਸਰਕਾਰਾਂ ਦੇ ਉੱਤੇ ਕਿ ਤੁਸੀਂ ਆਪਣੀਆਂ ਮੰਡੀਆਂ ਵਾਲਾ ਕਾਨੂੰਨ ਸੋਧੋ। ਤੇ ਜਿਨ੍ਹਾਂ ਨੇ ਹੌਲੀ ਹੌਲੀ ਹਰੇਕ ਸੂਬੇ ਦਾ ਆਪਣਾ ਇੱਕ ਸਿਸਟਮ ਸੀਗਾ, ਇੱਥੇ ਦਬਾਅ ਆੜ੍ਹਤੀਆਂ ਦਾ ਵੀ ਰਿਹਾ ਤੇ ਬਾਕੀਆਂ ਦਾ ਵੀ ਰਿਹਾ, ਲੋਕਾਂ ਦਾ, ਉਸ ਰੂਪ 'ਚ ਨਹੀਂ ਸੋਧਿਆ ਜਿਹੜੇ ਰੂਪ ਦੇ ਵਿੱਚ ਕੇਂਦਰ ਸਰਕਾਰ ਅਸਲ 'ਚ ਕਹਿੰਦੀ ਸੀ। ਤੇ ਇਸੇ ਕਰਕੇ ਹੁਣ ਕੇਂਦਰ ਸਰਕਾਰ ਨੇ ਆਰਡੀਨੈਂਸ ਕਰਤੇ। ਜੇ ਉਸੇ ਰੂਪ 'ਚ ਕਰ ਲਿਆ ਹੁੰਦਾ ਤਾਂ ਸ਼ਾਇਦ ਇਹ ਨਾ ਆਰਡੀਨੈਂਸਾਂ ਦੀ ਉਸ ਪੱਧਰ ਦੇ ਉੱਤੇ ਲੋੜ ਨਾ ਪੈਂਦੀ। ਇਹਦੇ 'ਚ ਫਰਕ ਕੀ ਹੈ? ਹੁਣ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜਿਹੜਾ ਕੇਂਦਰ ਸਰਕਾਰ ਨੇ ਖੇਤੀ ਮੰਡੀ ਸੰਬੰਧੀ ਆਰਡੀਨੈਂਸ ਜਾਰੀ ਕੀਤਾ ਮੰਡੀਕਰਨ ਸੰਬੰਧੀ, ਉਹ ਇਹ ਕਰ ਦਿੱਤਾ ਗਿਆ ਕਿ ਸੂਬੇ ਦੇ ਮੰਡੀ ਬੋਰਡ ਦੇ ਦਾਇਰੇ ਦੀਆਂ ਮੰਡੀਆਂ ਤੋਂ ਬਿਨਾਂ ਬਾਕੀ ਸਾਰਾ ਦੇਸ਼ ਤੇ ਸਾਰੇ ਸੂਬੇ ਦੇ ਹਰ ਖੇਤ, ਹਰ ਸੜਕ, ਹਰ ਥਾਂ ਉਹ ਮੰਡੀ ਹੈ। ਕੋਈ ਵੀ ਪ੍ਰਾਈਵੇਟ ਪਲੇਅਰ ਜਿੱਥੋਂ ਮਰਜ਼ੀ ਜਾਂ ਸਰਕਾਰੀ ਪਲੇਅਰ ਜਿੱਥੋਂ ਮਰਜ਼ੀ ਖਰੀਦ ਸਕਦਾ। ਜਿਹੜਾ 2017 ਵਾਲਾ ਹੈ ਉਹਦੇ ਵਿੱਚ ਇਹ ਹੈ ਕਿ ਕੋਈ ਵੀ ਬਿਨਾਂ ਲਾਇਸੈਂਸ ਲਏ ਔਰ ਪੰਜਾਬ ਦੇ ਮੰਡੀ ਬੋਰਡ ਤੋਂ ਨੋਟੀਫਾਈ ਕੀਤੇ ਬਿਨਾਂ ਕਿਸੇ ਮੰਡੀ 'ਚੋਂ ਕੁਝ ਨਹੀਂ ਖਰੀਦ ਸਕਦਾ। ਲਾਇਸੈਂਸ ਜ਼ਰੂਰੀ ਹੈ। ਤੇ ਇਸ ਆਰਡੀਨੈਂਸ ਦੇ ਮੁਤਾਬਕ ਕੇਵਲ ਪੈਨ ਕਾਰਡ ਚਾਹੀਦਾ ਤੇ ਪੈਨ ਕਾਰਡ ਵਾਲਾ ਬੰਦਾ ਜਿੱਥੇ ਮਰਜ਼ੀ ਜਾ ਕੇ ਖਰੀਦ ਕਰ ਸਕਦਾ, ਕੋਈ ਲੋੜ ਨਹੀਂ। ਤਾਂ ਇਹ ਬਹੁਤ ਬੜਾ ਫਰਕ ਹੈ ਕਿ ਉਹ ਰੈਗੂਲੇਟਡ ਹੈ, ਇਹ ਬਿਲਕੁਲ ਰੈਗੂਲੇਸ਼ਨ ਤੋਂ ਬਿਨਾਂ ਹੈ। ਦੂਜੀ ਗੱਲ ਇਹ ਹੈ ਕਿ ਉਹਦੇ ਵਿੱਚ ਪ੍ਰਾਈਵੇਟ ਮੰਡੀਆਂ ਬਣਾਈਆਂ ਜਾ ਸਕਦੀਆਂ ਨੇ। ਜਿਹੜਾ 2017 ਦਾ ਬਿਲਕੁਲ ਪ੍ਰਾਈਵੇਟ, ਪਰ ਹਜੇ ਉਹ ਫਲ, ਸਬਜ਼ੀਆਂ ਤੇ ਪਸ਼ੂ ਧਨ ਜਿਹਨੂੰ ਆਪਾਂ ਕਹਿੰਦੇ ਆ, ਉਸ ਮਾਮਲੇ ਦੇ ਵਿੱਚ ਕੁਝ ਉਹਨਾਂ ਚੀਜ਼ਾਂ ਦੇ ਮਾਮਲੇ ਦੇ ਵਿੱਚ ਬਣਾਈਆਂ ਜਾ ਸਕਦੀਆਂ ਨੇ। ਤੇ ਉਹ ਮੰਡੀਆਂ ਦੇ ਵਿੱਚ ਵੀ ਜਿਹੜਾ ਪ੍ਰਾਈਵੇਟ ਪਲੇਅਰ ਹੋਏਗਾ, ਜੇ ਪ੍ਰਾਈਵੇਟ ਮੰਡੀ ਸਥਾਪਿਤ ਕਰਨੀ ਹੈ ਤਾਂ ਮੰਡੀ ਬੋਰਡ ਤੋਂ ਅਪਰੂਵਲ ਲੈਣੀ ਪੈਂਦੀ ਹੈ। ਉਹ 10 ਏਕੜ ਦੇ ਵਿੱਚ 3 ਏਕੜ ਤੇ 1 ਏਕੜ ਤੱਕ ਬਣ ਸਕਦੀ ਹੈ। ਤੇ ਮੰਡੀ ਨੂੰ ਦਾ ਮਾਲਕ ਜਿਹੜਾ ਹੋਏਗਾ ਤੇ ਉਹਦੇ ਰਿਸ਼ਤੇਦਾਰ ਉੱਥੇ ਵਪਾਰ ਨਹੀਂ ਉਹ 'ਚ ਕਰ ਸਕਦੇ। ਵਪਾਰ ਹੋਰਾਂ ਕੰਮਾਂ ਲਈ ਹੋਏਗਾ ਤੇ ਉਹ ਯੂਜ਼ਰ ਚਾਰਜਸ ਲੈ ਸਕਦੇ ਨੇ, ਪਰ ਉਹ ਵੀ ਚੀਜ਼ਾਂ ਉਹ ਕਿ ਜਿੰਨਾ ਯੂਜ਼ਰ ਚਾਰਜਸ ਉਹ ਲੈਣਗੇ ਉਹਦਾ 25% ਮੰਡੀ ਬੋਰਡ ਨੂੰ ਦੇਣਾ ਪਊਗਾ।
ਤੇ ਅਗਲੀ ਗੱਲ ਇਹ ਹੈ ਕਿ ਜੇਕਰ ਉਹ ਸਾਰਾ ਜਿਹੜਾ ਸੈਟਅਪ ਉਸੇ ਕਾਨੂੰਨ ਦੇ ਤਹਿਤ ਕੁਝ ਪਰਸਨਲ ਕਿਸਾਨਾਂ ਨੂੰ ਵੀ ਹੱਕ ਹੈ, ਜਿਵੇਂ ਆਪਣੀ ਮੰਡੀ ਪਹਿਲਾਂ ਬਣੀ ਹੋਈ ਹੈ ਪੁਰਾਣੇ ਕਾਨੂੰਨ ਦੇ ਤਹਿਤ ਵੀ ਕਿਸਾਨ ਸਿੱਧੀ ਉੱਥੇ ਵੇਚ ਸਕਦੇ ਨੇ, ਤੇ ਉਹ ਵੀ ਮਤਲਬ ਇੱਕ ਨੋਟੀਫਾਈ ਏਰੀਆ ਹੁੰਦਾ ਜਿੱਥੇ ਤੁਸੀਂ ਜਾ ਕੇ ਵੇਚ ਸਕਦੇ, ਉਹਦੇ ਤੋਂ ਬਿਨਾਂ ਨਹੀਂ ਹੈ। ਤੇ ਉਹਦੇ ਤੇ ਟੈਕਸ ਲਾਇਆ ਜਾ ਸਕਦਾ ਹੈ ਗੌਰਮੈਂਟ ਜਿੰਨਾ ਚਾਹੇ ਕਿ, ਜਿਵੇਂ ਹੁਣ ਆਪਣੀਆਂ ਮੰਡੀਆਂ ਤੋਂ ਲੈਂਦੇ ਨੇ 3% ਰੂਰਲ ਡਿਵੈਲਪਮੈਂਟ ਫੰਡ, 3% ਮਾਰਕੀਟ ਫੀਸ, 2.5% ਆੜਤ। ਪਰ ਕੇਂਦਰ ਦੇ ਆਰਡੀਨੈਂਸ ਦੇ ਵਿੱਚ ਜ਼ੀਰੋ ਟੈਕਸਿੰਗ ਹੈ, ਤੁਸੀਂ ਕੋਈ ਟੈਕਸ ਨਹੀਂ ਵਸੂਲ ਸਕਦੇ, ਤੇ ਕੋਈ ਇਹ ਨਹੀਂ ਕਿ ਤੁਹਾਡਾ ਦਿਹਾਤੀ ਵਿਕਾਸ ਦਾ ਜਾਂ ਬਾਕੀ ਦਾ ਸਾਰਾ ਕੰਮ ਗੜਬੜ ਹੋ ਗਿਆ। ਤੇ ਇਹਦੇ ਤੋਂ ਅਗਲੀ ਗੱਲ, ਜਿੰਨਾ ਵੀ ਅਨਾਜ ਆਉਂਦਾ ਹੈ ਉਹਦਾ ਕੋਈ ਰਿਕਾਰਡ ਰੱਖਿਆ ਜਾਂਦਾ, ਉਹਦਾ ਜੇ ਫਾਰਮ ਦਿੱਤਾ ਜਾਂਦਾ, ਤੇ ਜੇ ਫਾਰਮ ਇੱਕ ਰਿਕਾਰਡ ਦਾ ਬੰਦੋਬਸਤ ਹੈ, ਸੰਬੰਧਿਤ ਮਾਰਕੀਟ ਕਮੇਟੀ ਕੋਲ ਪੂਰਾ ਰਿਕਾਰਡ ਰੱਖਿਆ ਜਾਣਾ ਜ਼ਰੂਰੀ ਹੈ। ਤੇ ਜਿਹੜਾ ਕੇਂਦਰ ਦਾ ਆਰਡੀਨੈਂਸ ਹੈ ਇਹਦੇ ਲਈ ਕਿਸੇ ਕੋਲ ਦਾ ਕੋਈ ਰਿਕਾਰਡ ਦੀ ਲੋੜ ਨਹੀਂ ਹੈ, ਤੇ ਜਿਹਨੇ ਜਿੰਨਾ ਖਰੀਦਿਆ ਜਿੱਥੇ ਮਰਜ਼ੀ ਲੈ ਗਿਆ ਜੋ ਮਰਜ਼ੀ ਕੀਤਾ, ਤੇ ਉਹਦਾ ਕੋਈ ਬੰਦੋਬਸਤ ਉਸ ਲੈਵਲ ਦਾ ਨਹੀਂ। ਔਰ ਇਸੇ 'ਚ ਜੇ ਇੱਕ ਸਮੁੱਚਤਾ ਦੇ ਵਿੱਚ ਆਪਾਂ ਇਹਨੂੰ ਇਹ ਦੇਖਣਾ ਹੋਵੇ ਕਿ 2017 ਦਾ ਜਿਹੜਾ ਅਮੈਂਡਡ ਐਕਟ ਵੀ ਹੈ, ਚਾਹੇ ਉਹਦੀ ਦਿਸ਼ਾ ਉਹੀ ਹੈ ਕਿ ਕਾਰਪੋਰੇਟ ਘਰਾਣਿਆਂ ਨੂੰ ਤੇ ਕੰਪਨੀਆਂ ਨੂੰ ਇੱਥੇ ਅਸੀਂ ਦਖਲ ਦੇਣਾ, ਜਿਵੇਂ ਪੁਰਾਣੇ ਮੰਡੀਕਰਨ ਸਿਸਟਮ ਦੇ ਵਿੱਚ ਵੀ ਕੋਈ ਕੰਪਨੀ, ਕੋਈ ਪ੍ਰਾਈਵੇਟ ਬੰਦਾ ਉੱਥੇ ਖਰੀਦਣ ਤੇ ਕੋਈ ਪਾਬੰਦੀ ਨਹੀਂ ਹੈ, ਜਦ ਮਰਜ਼ੀ ਆ ਕੇ ਖਰੀਦ ਸਕਦਾ ਕਿਸੇ ਵੀ ਮੰਡੀ ਦੇ ਵਿੱਚੋਂ, ਪਰ ਉਹਨੂੰ ਉਹ ਟੈਕਸ ਦੇਣਾ ਪਊਗਾ ਜਿਹੜਾ ਟੈਕਸ ਸਰਕਾਰੀ ਏਜੰਸੀਆਂ ਦਿੰਦੀਆਂ ਨੇ। ਇਹਨਾਂ ਨੇ ਇਹ ਕਰਤਾ ਕਿ ਪ੍ਰਾਈਵੇਟ ਪਲੇਅਰ ਲਈ ਕਿ ਤੁਸੀਂ ਜਿੱਥੋਂ ਮਰਜ਼ੀ ਖਰੀਦੋ, ਤੁਹਾਡੇ ਤੇ ਕੋਈ ਟੈਕਸ ਦੇਣ ਦੀ ਤੁਹਾਨੂੰ ਲੋੜ ਨਹੀਂ ਹੈ। ਈਵਨ 2017 ਵਾਲੇ ਦੇ ਵਿੱਚ ਵੀ ਇਹ ਕਰਤਾ ਕਿ ਪ੍ਰਾਈਵੇਟ ਮੰਡੀ ਹੋਵੇ ਜਾਂ ਸਰਕਾਰੀ, ਕਿਸਾਨ ਉੱਥੇ ਲੈ ਜਾ ਸਕਦਾ, ਤੇ ਜਾਂ ਪ੍ਰਾਈਵੇਟ ਮੰਡੀ ਵੀ ਆਪਣਾ ਮਾਲ ਜਿਹੜਾ ਉਸ ਪੱਧਰ ਦੇ ਉੱਤੇ ਲਿਜਾ ਸਕਦਾ। ਤੇ ਪਰ ਉਹ ਉੱਥੇ ਉਹਦੇ ਉੱਤੇ ਉਹ ਨਿਯਮ ਲਾਗੂ ਹੋਣਗੇ ਜੋ ਨਿਯਮ ਸਰਕਾਰ ਬਣਾਏਗੀ, ਸੂਬੇ ਦੀ ਸਰਕਾਰ ਬਣਾਏਗੀ, ਸਮੇਂ-ਸਮੇਂ ਤੇ ਜੋ ਵੀ ਚੀਜ਼ਾਂ ਕਰੇਗੀ। ਪਰ ਇਹ ਆਰਡੀਨੈਂਸ ਸੱਚ ਖੁੱਲ੍ਹਾ ਹੈ। ਹੁਣ ਦੂਜੇ ਆਰਡੀਨੈਂਸ ਦਾ ਸਵਾਲ ਹੈ ਇੱਕ, ਜਿਹੜਾ ਕੰਟਰੈਕਟ ਫਾਰਮਿੰਗ ਦਾ, ਜਿਹੜੇ ਤੇ ਕਿਸਾਨਾਂ ਨੂੰ ਕਹਿੰਦੇ ਨੇ ਵੀ ਤੁਹਾਨੂੰ ਆਜ਼ਾਦ ਕਰਤਾ, ਤੁਸੀਂ ਬੰਦੇ ਨਾਲ ਮਤਲਬ ਸਮਝੌਤਾ ਕਰੋ ਜਾਂ ਕੰਪਨੀ ਦੇ ਨਾਲ, ਤੇ ਆਪਸਦਾਰੀ ਦੇ ਵਿੱਚ ਉਹ ਹੋ ਜਾਓ। ਜਿਹੜਾ ਇਹ ਕਾਨੂੰਨ ਹੈ 2017 ਦਾ, ਉਹਦੇ 'ਚ ਵੀ ਕੰਟਰੈਕਟ ਫਾਰਮਿੰਗ ਦੀ ਇੱਕ ਪ੍ਰੋਵੀਜ਼ਨ ਤੇ ਇੱਕ ਧਾਰਾ ਹੈ ਕਿ ਕੰਟਰੈਕਟ ਫਾਰਮਿੰਗ ਤੁਸੀਂ ਕਰ ਸਕਦੇ ਹੋ ਕਿਸੇ ਵੀ ਬੰਦੇ ਦੇ ਨਾਲ। ਹੁਣ ਉਹਦੇ 'ਚ ਇੱਕ ਗੱਲ ਹੋਰ ਹੈ ਉਦੋਂ ਬਾਅਦ ਕਿ ਜੇਕਰ ਕੰਟਰੈਕਟ ਨਹੀਂ ਤੋੜਦੇ, ਕਿਸਾਨ ਨੂੰ ਪੇਮੈਂਟ ਨਹੀਂ ਹੁੰਦੀ ਸਮੇਂ ਸਿਰ, ਤੇ ਉਹ ਪੇਮੈਂਟ ਦੇ ਵਿੱਚ ਮਾਰਕੀਟ ਕਮੇਟੀ ਦਾ ਸੈਕਟਰੀ ਦੀ ਜ਼ਿੰਮੇਵਾਰੀ ਆ ਸੁਲਝਾਏ। ਜੇ ਸੈਕਟਰੀ ਤੋਂ ਨਹੀਂ ਸੁਲਝਦੀ ਤਾਂ ਡੀਸੀ ਦੇ ਕੋਲੇ ਅਧਿਕਾਰ ਨੇ ਕਿ ਉਹ ਸੰਬੰਧਿਤ ਕੰਪਨੀ ਜਾਂ ਵਪਾਰੀ ਜਾਂ ਖਰੀਦਦਾਰ ਦੇ ਪ੍ਰਾਪਰਟੀ ਵੇਚ ਕੇ ਕਿਸਾਨ ਦੇ ਪੈਸੇ ਦਵਾ ਸਕਦਾ। ਜੇ ਉਹ ਵੀ ਨਾ ਕਰ ਸਕੇ ਤਾਂ ਕੋਰਟ ਜਾ ਸਕਦਾ। ਪਰ ਆਰਡੀਨੈਂਸ ਕੀ ਕਹਿੰਦਾ? ਆਰਡੀਨੈਂਸ ਕਹਿੰਦਾ ਕਿ ਜੇ ਕੋਈ ਤੁਹਾਡਾ ਪੈਸਾ ਨਾ ਦੇਵੇ ਰੋਜ਼ ਜਾਂ 3 ਦਿਨਾਂ ਦੇ ਅੰਦਰ ਅੰਦਰ, ਜਿਹੜਾ ਦੇਣ ਦੀ ਗੱਲ ਹੈ, ਤਾਂ ਤੁਸੀਂ ਆਪਸੀ ਸਹਿਮਤੀ ਨਾਲ ਮਾਮਲਾ ਨਿਬੇੜੋਗੇ ਕੰਪਨੀ ਤੇ ਕਿਸਾਨ ਬੈਠ ਕੇ। ਤੇ ਦੂਜਾ ਫਿਰ ਕੀ ਕਰੋਗੇ ਉਦੋਂ ਬਾਅਦ? ਜੇ ਫਿਰ ਨਹੀਂ ਹੁੰਦਾ ਤਾਂ ਐਸਡੀਐਮ ਦੇ ਚਲੇ ਜਾਓ, ਐਸਡੀਐਮ ਦੇ ਨਹੀਂ ਹੁੰਦਾ ਤਾਂ ਲਾਸਟ ਡੀਸੀ ਦੇ ਚਲੇ ਜਾਓ। ਡੀਸੀ ਤੱਕ ਤੁਹਾਡਾ ਮਾਮਲਾ ਨਿਬੜਨਾ ਚਾਹੀਦਾ ਹੈ, ਤੇ ਕੋਰਟ ਨਹੀਂ ਜਾ ਸਕਦੇ ਤੁਸੀਂ ਅਦਾਲਤ ਦੇ ਵਿੱਚ। ਕਿਸਾਨ ਦਾ ਅਦਾਲਤ ਦੇ ਵਿੱਚ ਜਾਣ ਦਾ ਸਿਸਟਮ ਖੋਲ੍ਹਿਆ, ਤੇ ਸਾਡੇ ਸਾਹਮਣੇ ਆ ਕਿ ਜਿਸ ਢੰਗ ਨਾਲ ਪ੍ਰਸ਼ਾਸਨ ਸਾਡਾ ਕੰਮ ਕਰ ਰਿਹਾ, ਉਹ ਐਡੀਆਂ ਐਡੀਆਂ ਕੰਪਨੀਆਂ ਦੇ ਮੂਹਰੇ ਕਿਸਾਨ ਦੀ ਫੇਵਰ, ਕਿਸਾਨ ਦਾ ਪੱਖ ਕਿਵੇਂ ਕਰੇਗਾ? ਇਹ ਬਹੁਤ ਵੱਡਾ ਅੰਤਰ ਹੈ ਦੋਨਾਂ 'ਚ। ਔਰ ਇਹ ਮੇਰਾ ਖਿਆਲ ਹੈ ਕਿ ਜਿਹੜੀਆਂ ਇਹ ਦਲੀਲਾਂ ਬਿਨਾਂ ਗੱਲ ਤੋਂ ਦਿੱਤੀਆਂ ਜਾ ਰਹੀਆਂ ਨੇ ਕਿ ਇਹ ਸੇਮ ਹੀ ਗੱਲ ਹੈ, ਦੋਨਾਂ ਦੇ ਵਿੱਚ ਕੋਈ ਫਰਕ ਨਹੀਂ ਹੈ, ਇਹ ਪੰਜਾਬੀਆਂ ਨੂੰ ਗੁੰਮਰਾਹ ਕਰਨ ਵਾਲੀਆਂ ਨੇ। ਪੰਜਾਬੀ ਇਸ ਗੱਲ ਲਈ ਗੁੰਮਰਾਹ ਨਹੀਂ ਹੋ ਰਹੇ ਕਿ ਐਮਐਸਪੀ ਜਾਊਗੀ ਜਾਂ ਕੀ ਹੋਏਗਾ ਕੀ ਨਹੀਂ ਹੋਏਗਾ। ਔਰ ਅਗਲੀ ਗੱਲ ਇਹ ਹੈ ਕਿ ਇਦੋਂ ਬਾਅਦ ਇੱਕ ਸਿਸਟਮ ਹੈ ਜਿਹੜਾ ਉਸ ਕੰਟਰੈਕਟ ਫਾਰਮਿੰਗ ਤੁਸੀਂ ਆਜ਼ਾਦ ਕਹਿਤਾ ਦੇਸ਼ 'ਚ ਕਿਤੇ ਵੀ ਵੇਚ ਲਓ। ਨਵੇਂ ਆਰਡੀਨੈਂਸ ਮੁਤਾਬਕ ਇਹ ਹੈ ਜਿੱਥੇ ਮਰਜ਼ੀ ਵੇਚੋ, ਕੋਈ ਰੋਕ ਨਹੀਂ ਹੈ। ਪਰ ਇਸ ਜਿਹੜਾ ਸਾਡਾ ਐਕਟ ਹੈ ਜਾਂ ਇਹਦੇ 'ਚ ਜਿਹੜੀ ਸਾਡੇ ਸਟੇਟ ਦੀ ਇੱਕ ਪਾਲਿਸੀ ਹੈ, ਇਹਦੇ ਤੋਂ ਬਿਨਾਂ ਜਿਹੜੀ ਝੋਨੇ ਦੀ ਖਰੀਦ ਤੋਂ ਬਾਅਦ ਇੱਕ ਮਿਲਿੰਗ ਪਾਲਿਸੀ ਬਣਦੀ ਹੈ, ਫੂਡ ਸਪਲਾਈ ਡਿਪਾਰਟਮੈਂਟ ਬਣਾਉਂਦਾ ਪੰਜਾਬ ਨੂੰ। ਉਹਦੇ ਵਿੱਚ ਡਿਸਟ੍ਰਿਕਟ ਲੈਵਲ ਦੀਆਂ ਕਮੇਟੀਆਂ ਬਣੀਆਂ ਹੁੰਦੀਆਂ ਨੇ ਕਿ ਕਿਹੜੇ ਸੈਲਰ ਨੂੰ ਕਿੰਨਾ ਝੋਨਾ ਲਾਉਣਾ ਹੈ। ਜੇ ਉਹ ਡਿਫਾਲਟਰ ਹੈ ਤਾਂ ਉਹਨੂੰ ਝੋਨਾ ਨਹੀਂ ਦੇਣਾ, ਤੇ ਜੇ ਜਿੰਨਾ ਹੈ ਉਹਨੂੰ ਸਭ ਨੂੰ ਵੰਡਿਆ ਜਾਂਦਾ। ਫਿਰ ਉਹ ਚੌਲ ਕੱਢ ਕੇ ਮੋੜ ਕੇ ਸਰਕਾਰ ਨੂੰ ਦਿੰਦੇ ਨੇ, ਉਹਦੀਆਂ ਚੀਜ਼ਾਂ ਹੁੰਦੀਆਂ ਨੇ। ਕਿਉਂਕਿ ਸਾਡੇ ਹਜੇ ਝੋਨਾ ਟੋਟਲੀ ਖਰੀਦ ਏਜੰਸੀਆਂ ਹੀ ਖਰੀਦਦੀਆਂ ਨੇ ਨਾ, ਜਿਹੜੀਆਂ ਸਰਕਾਰੀ ਖਰੀਦੇ ਜਾਂਦੇ। ਐਫਸੀਆਈ ਦੇ ਬਿਹਾਫ 'ਤੇ ਅਸੀਂ ਖਰੀਦਦੇ ਹਾਂ ਉਸ ਪੱਧਰ ਦੇ ਉੱਤੇ। ਪਰ ਨਵੇਂ ਆਰਡੀਨੈਂਸ ਦੇ ਵਿੱਚ ਤਾਂ ਇਹੋ ਜਿਹੀ ਕੋਈ ਗੱਲ ਹੀ ਨਹੀਂ ਕਿ ਸਾਡੇ ਅਲਾਟਮੈਂਟ ਜਿਹੜੀ ਸਾਡੇ ਸੈਲਰਾਂ ਨੂੰ ਹੁੰਦੀ ਹੈ ਉਹ ਸਰਕਾਰੀ ਉਸ ਕਮੇਟੀਆਂ ਵੱਲੋਂ ਹੁੰਦੀ ਹੈ। ਇਦੋਂ ਬਾਅਦ ਇਹਦੀ ਲੋੜ ਨਹੀਂ ਹੈ। ਜਿਹੜੇ ਵੀ ਪ੍ਰਾਈਵੇਟ ਪਲੇਅਰ ਇੱਥੋਂ ਕਰਨਗੇ, ਜਾਂ ਈਵਨ ਐਫਸੀਆਈ ਵੀ ਕਰੇ ਜਾਂ ਜਿਹੜੇ ਵੀ ਮਰਜ਼ੀ ਕਰਨਗੇ, ਜੇ ਇਸ ਮੰਡੀ ਤੋਂ ਬਾਹਰ ਕਿਤੋਂ ਵੀ ਖਰੀਦ ਕੇ ਲਿਜਾ ਸਕਦੇ ਨੇ,
ਉਹ ਪ੍ਰੋਸੈਸਿੰਗ ਉਹਨਾਂ ਤੇ ਕੋਈ ਰੋਕ ਨਹੀਂ ਹੈ ਕਿ ਸਾਡੇ ਸੈਲਰਾਂ ਤੋਂ ਹੀ ਕਰਾਉਣਾ ਹੈ, ਇੱਥੇ ਹੀ ਅਲਾਟਮੈਂਟ ਹੋਣੀ ਹੈ। ਉਹ ਕਿਤੇ ਵੀ ਹਰਿਆਣੇ ਦੇ ਬਾਰਡਰ ਤੇ ਜਾਂ ਹਰਿਆਣੇ 'ਚ ਉਹਨਾਂ ਦਾ ਸੈਲਰ ਹੈ ਜਾਂ ਕਿਤੇ ਹੋਰ ਨੇੜੇ ਤੇੜੇ ਯੂਪੀ 'ਚ ਨੇ, ਉਹ ਜਾ ਕੇ ਉੱਥੇ ਕਰਾ ਸਕਦੇ ਨੇ। ਇਹਦਾ ਮਤਲਬ ਸੈਲਰ ਇੰਡਸਟਰੀ ਵੀ ਪ੍ਰਭਾਵਿਤ ਹੋਏਗੀ। ਤੇ ਫਿਰ ਆੜਤੀ ਸਿਸਟਮ ਦੀ ਗੱਲ ਹੈ। ਮੌਜੂਦਾ ਜਿਹੜੀ ਸੋਧ ਕੀਤੀ 2017 ਦੇ ਵਿੱਚ ਇਸ ਪੰਜਾਬ ਦੇ ਕਾਨੂੰਨ ਦੇ ਵਿੱਚ, ਉਹਦੇ 'ਚ ਇੱਕ ਗੱਲ ਕੀਤੀ ਹੈ ਉਹਨਾਂ ਨੇ ਕਿ ਡਾਇਰੈਕਟ ਪੇਮੈਂਟ ਦਾ ਜਿਹੜਾ ਕਿਸਾਨਾਂ ਦੀ ਗੱਲ ਹੈ, ਕਿਸਾਨਾਂ ਨੂੰ ਡਾਇਰੈਕਟ ਪੇਮੈਂਟ ਆਉਣੀ ਚਾਹੀਦੀ ਹੈ, ਦਲਾਲ ਨਿਕਲਣੇ ਚਾਹੀਦੇ ਨੇ, ਆੜਤੀ ਸਿਸਟਮ ਦੇ ਵਿੱਚ ਕਿਸਾਨਾਂ ਨੂੰ ਨਹੀਂ ਬਰਗਲਾਉਣਾ ਚਾਹੀਦਾ। ਉਹਦੇ 'ਚ ਇਹਨਾਂ ਨੇ ਇਹ ਕਰਤਾ ਕਿ ਆੜਤੀ ਸਿਸਟਮ ਦੇ ਵਿੱਚ ਤੁਸੀਂ ਆੜਤੀਆ ਡਾਇਰੈਕਟ ਪੇਮੈਂਟ ਕਿਸਾਨ ਨੂੰ ਕਰੇਗਾ, ਏਜੰਸੀ ਆੜਤੀਆ ਨੂੰ ਦੇਗੀ, ਉਹ ਉਹਦੇ ਖਾਤੇ 'ਚ ਪਾਊਗਾ। ਇਹ 2017 ਦੇ ਵਿੱਚ ਵੀ ਇੱਕ ਡਿਫੈਕਟ ਹੈ, ਕਿਉਂਕਿ ਇੱਕ ਧਿਰ ਤੁਸੀਂ ਵਿੱਚ ਉਸ ਲੈਵਲ 'ਤੇ ਰੱਖੀ ਹੋਈ ਹੈ। ਪਰ ਉਹਦੇ ਵਿੱਚ ਤਾਂ ਆੜਤੀ ਸਿਸਟਮ ਦੇ ਕੋਈ ਵਜੂਦ ਨਹੀਂ ਜਾਂ ਕਿਸੇ ਚੀਜ਼ ਦਾ ਵਜੂਦ ਨਹੀਂ। ਉਹਦੇ 'ਚ ਇਹ ਹੈ ਕਿ ਜਦ ਤੁਹਾਡਾ ਕੰਟਰੈਕਟ ਪਹਿਲਾਂ ਹੀ ਹੋ ਗਿਆ, ਜਿੱਥੋਂ ਮਰਜ਼ੀ ਖਰੀਦ ਲਿਆ ਕਿਸਾਨ ਨਾਲ, ਕਿਸਾਨ ਨੇ ਨਹੀਂ ਖਰੀਦਿਆ, ਤੇ ਉਹਦੇ ਵਿੱਚ ਪੇਮੈਂਟ ਕਿਵੇਂ ਹੋਣੀ ਹੈ ਕਿਵੇਂ ਨਹੀਂ ਹੈ, ਉਹ ਤਾਂ ਤੁਹਾਡਾ ਆਪਸੀ ਆਦਾਨ ਪ੍ਰਦਾਨ ਹੈ। ਉਹ 'ਚ ਸਰਕਾਰ ਗਾਇਬ ਹੈ ਉਹ ਸਾਰੇ ਕੰਮ ਦੇ ਵਿੱਚੋਂ। ਇਹਦੇ 'ਚ ਸਰਕਾਰ ਦੀ ਮੌਜੂਦਗੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਹ ਕਾਫੀ ਵੱਡਾ ਜਿਹੜਾ ਇੱਕ ਫਰਕ ਇਸ ਲੈਵਲ 'ਤੇ ਦੋ ਚੀਜ਼ਾਂ ਨਾਲ ਆਉਂਦਾ। ਅਤੇ ਤੀਜੀ ਗੱਲ ਇੱਕ ਇਹ ਵੀ ਹੈ ਕਿ ਜਿਹੜਾ ਜ਼ਖੀਰਾ ਹੈ, ਜਿਹੜਾ ਇੱਕ ਹੋਰ ਆਰਡੀਨੈਂਸ ਆਇਆ ਜ਼ਰੂਰੀ ਵਸਤਾਂ ਦਾ ਸੋਧ, ਉਹਦੇ ਵਿੱਚ ਇਹ ਹੈ ਕਿ ਜਿੰਨਾ ਮਰਜ਼ੀ ਉਹ ਖਰੀਦ ਕੇ ਰੱਖ ਲੈਣ, ਹੁਣ ਕੋਈ ਲਿਮਟ ਨਹੀਂ ਹੈ। ਇਹ ਤੋਂ ਪਹਿਲਾਂ ਲਿਮਟ ਸੀਗੀ ਖਰੀਦ ਕੇ ਰੱਖਣ ਦੀ। ਇਹ ਕੁਝ ਬੁਨਿਆਦੀ ਵਖਰੇਵੇਂ ਨੇ ਜਿਹੜੇ ਪੂਰੇ ਸਟੇਟ ਦਾ ਹੱਕ ਮਾਰ ਕੇ, ਤੁਹਾਡੀ ਸਟੇਟ ਗੌਰਮੈਂਟ ਦਾ ਟੈਕਸ ਲਾਉਣ ਦਾ ਹੱਕ ਚਲਾ ਗਿਆ, ਤੁਹਾਡੀ ਸਟੇਟ ਗੌਰਮੈਂਟ ਦਾ ਰੈਗੂਲੇਟ ਕਰਨ ਦਾ ਹੱਕ ਚਲਾ ਗਿਆ, ਅਤੇ ਇਹ ਸਾਰਾ ਸੈਂਟਰਲਾਈਜ਼ ਹੋ ਗਿਆ। ਇਹ ਫੈਡਰਲ ਢਾਂਚੇ ਨੂੰ ਪ੍ਰਭਾਵਿਤ ਕਰਦਾ। 17 ਵਾਲਾ ਐਕਟ ਇਹਨੂੰ ਪ੍ਰਭਾਵਿਤ ਓਨਾ ਨਹੀਂ ਸੀ ਕਰਦਾ ਜਿੰਨਾ ਇਹ ਆਰਡੀਨੈਂਸ ਕਰ ਰਹੇ ਨੇ, ਅਤੇ ਉਹ ਡਾਇਰੈਕਟ ਖੇਤੀ ਦੇ ਵਿੱਚ ਓਨਾ ਦਖਲ ਨਹੀਂ ਸੀ ਦਿੰਦਾ ਕੇਂਦਰ ਦੇ ਤੌਰ 'ਤੇ ਜਿੰਨਾ ਇਹ ਆਰਡੀਨੈਂਸ ਦੇ ਰਹੇ ਨੇ। ਹਮੀਰ ਸਿੰਘ ਜੀ, ਜਿਵੇਂ ਹੁਣ ਤੁਸੀਂ ਦੱਸਿਆ ਵੀ ਕਿ ਜਿਹੜੇ ਇਹ ਆਰਡੀਨੈਂਸ ਹੈ ਇਕੱਲੇ ਕਿਸਾਨੀ ਨੂੰ ਨਹੀਂ, ਉਹਦੇ ਨਾਲ ਸ਼ੈਲਰ ਇੰਡਸਟਰੀ ਹੈ, ਆੜਤੀ ਹੈ, ਮਜ਼ਦੂਰ ਹੈ, ਹੋਰ ਵੀ ਜਿਹੜੇ ਵੱਖ-ਵੱਖ ਵਰਗ ਹੈ ਉਹਨਾਂ ਨੂੰ ਪ੍ਰਭਾਵਿਤ ਕਰਦੇ ਨੇ। ਪਰ ਜਿਹੜੇ ਇਹ ਅੰਦੋਲਨ ਹੋ ਰਹੇ ਨੇ, ਸਿਰਫ ਇਹਨਾਂ ਵਿੱਚ ਕੇਵਲ ਕਿਸਾਨ ਹੀ ਜਿਹੜੇ ਹੈਗੇ ਸਿਰਫ ਦਿਖਾਈ ਦੇ ਰਹੇ ਨੇ, ਬਾਕੀ ਕੋਈ ਵਰਗ ਨਹੀਂ ਦਿਖਾਈ ਦੇ ਰਿਹਾ। ਇਹ ਅਜਿਹਾ ਕਿਉਂ ਹੋ ਰਿਹਾ? ਹਾਂ ਬਿਲਕੁਲ, ਜਿਹੜੀਆਂ ਅਸਲ ਦੇ ਵਿੱਚ ਸਮੱਸਿਆਵਾਂ ਆਉਂਦੀਆਂ ਨੇ ਸਾਡੇ ਸਮਾਜ ਦੇ ਵਿੱਚ, ਉਹ ਪਰਟੀਕੂਲਰ ਵਰਗ ਨਾਲ ਇਕੱਲੀ ਜੋੜ ਦਿੱਤੀ ਜਾਂਦੀ ਹੈ। ਜਿਵੇਂ ਉਹ ਕਹਿੰਦੇ ਨੇ ਕਿਸਾਨੀ ਦੀ ਘੱਟੋ ਘੱਟ ਆਮਦਨ। ਸਾਡੇ ਸੂਬੇ ਦਾ ਪ੍ਰੋਫਾਈਲ ਦੇਖੋ ਕਿ ਇਹ ਅਜੇ ਵੀ ਇਹਦੇ 'ਚ 24% ਦੇ ਕਰੀਬ ਕੁੱਲ ਘਰੇਲੂ ਪੈਦਾਵਾਰ 'ਚ ਖੇਤੀ ਦਾ ਹਿੱਸਾ ਹੈ। ਅਤੇ ਜੇ ਉਹ 24% ਹਟ ਗਿਆ, ਕੱਲ੍ਹ ਨੂੰ ਘੱਟੋ ਘੱਟ ਸਮਰਥਨ ਮੁੱਲ ਚਲਾ ਗਿਆ, ਸੂਬੇ ਦੀ ਸਰਕਾਰ ਨੂੰ ਹੱਕ ਨਾ ਹੋਇਆ ਰੈਗੂਲੇਟ ਕਰਨ ਦਾ, ਤਾਂ ਦੁਕਾਨਾਂ 'ਤੇ ਵੀ ਉਹੀ ਪੈਸਾ ਜਾਂਦਾ, ਸਭ ਜਗ੍ਹਾ ਉਹੀ ਜਾਂਦਾ। ਸਾਰਾ ਢਾਂਚਾ ਉਹਦੇ ਨਾਲ ਜੁੜਿਆ ਹੋਇਆ। ਲੋਕ ਜੁੱਤੀਆਂ ਖਰੀਦਣ ਤੋਂ ਹਟ ਜਾਂਦੇ ਨੇ, ਕੱਪੜਾ ਖਰੀਦਣ ਤੋਂ ਹਟ ਜਾਂਦੇ ਨੇ। ਜਦੋਂ ਜੇਬ 'ਚ ਪੈਸਾ ਨਹੀਂ ਹੋਏਗਾ ਤਾਂ ਮਾਰਕੀਟ ਦਾ ਮੰਦਾ ਆਉਂਦਾ। ਮੰਦਾ ਆਉਂਦਾ ਤਾਂ ਟੋਟਲ ਸੋਸਾਇਟੀ ਨੂੰ ਅਸਰ ਪੈਂਦਾ। ਅਗਲੀ ਗੱਲ, ਜੇ ਮੰਡੀਆਂ ਦਾ ਤੰਤਰ ਨਾ ਰਿਹਾ, ਜਿਹੜਾ ਸਾਡੇ 3 ਲੱਖ ਪੱਲੇਦਾਰ ਉੱਥੇ ਕੰਮ ਕਰਦਾ ਮਜ਼ਦੂਰਾਂ ਦੇ ਤੌਰ ਦੇ ਉੱਤੇ, ਤਾਂ ਉਹ ਕਿੱਥੇ ਕੰਮ ਕਰਨਗੇ? ਉਹਨਾਂ ਦੇ ਦਿਹਾੜੀਆਂ ਦਾ ਸਵਾਲ ਹੈ। ਅਤੇ ਜੇ ਇਹਦੇ 'ਚ ਹੋਰ ਆਮਦਨ ਘਟ ਗਈ ਤਾਂ ਆੜਤੀਆ ਸਿਸਟਮ ਤਾਂ ਜਾਇਜ਼ ਰਿਹਾ। ਤਾਂ 3000 ਸ਼ੈਲਰ ਹੈ, ਸ਼ੈਲਰਾਂ ਦੇ ਵਿੱਚ ਜੇ 40-40 ਬੰਦੇ 50-50 ਕੰਮ ਕਰਦੇ ਨੇ, ਲੱਖਾਂ ਬੰਦੇ, ਉਹਦੇ ਦਿਹਾੜੀ ਅਤੇ ਰੋਜੀ ਰੋਟੀ ਦਾ ਸਵਾਲ ਹੈ। ਉਹਨਾਂ ਦੇ ਮਾਲਕਾਂ ਦਾ ਵੀ ਅਤੇ ਉਹਨਾਂ ਦੇ ਕੰਮ ਕਰਨ ਵਾਲਿਆਂ ਦਾ ਵੀ ਇੱਕ ਬਹੁਤ ਵੱਡਾ ਇੱਕ ਤੰਤਰ ਹੈ ਜਿਹੜਾ ਬੇਰੁਜ਼ਗਾਰ ਹੋ ਜਾਏਗਾ। ਇਹ ਸਾਰੇ ਲੋਕਾਂ ਦੀ ਜੇਬ 'ਚ ਪੈਸਾ ਨਹੀਂ ਜਾਊਗਾ। ਜੇ ਉਹਨਾਂ ਦਾ ਰੁਜ਼ਗਾਰ ਚਲਾ ਗਿਆ ਐਡੇ ਵੱਡੇ ਪੱਧਰ 'ਤੇ, ਤਾਂ ਅਲਟਰਨੇਟਿਵ ਰੁਜ਼ਗਾਰ ਕੀ ਹੈ? ਜੇ ਅਲਟਰਨੇਟਿਵ ਰੁਜ਼ਗਾਰ ਨਹੀਂ ਹੈ ਤਾਂ ਮੰਡੀ ਦੇ ਵਿੱਚ ਮੰਦਵਾੜਾ ਫੈਲਣਾ ਇਹ ਸੁਭਾਵਿਕ ਹੈ। ਇਸੇ ਕਰਕੇ ਜਿਹੜਾ ਇੱਕ ਰਾਜਸਥਾਨ ਦੇ ਵਿੱਚ ਇੱਕ ਉਦਾਹਰਨ ਮਿਲਦੀ ਹੈ ਜਦੋਂ ਸਾਡੇ ਸਾਹਮਣੇ ਸੀਕਰ ਜ਼ਿਲ੍ਹੇ ਦੀ, ਔਰ ਉਹਦੇ 'ਚ ਬੈਂਡ ਬਾਜੇ ਵਾਲੇ ਵੀ, ਉਹ 'ਚ ਪਾਣੀ ਪਿਲਾਉਣ ਵਾਲੇ ਵੀ, ਉਹਦੇ ਸਾਰੇ ਲੋਕ ਇੱਕ ਕਿਸਾਨੀ ਮੁਜ਼ਾਹਰੇ 'ਚ ਸ਼ਾਮਲ ਨੇ। ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕਿਉਂ ਇਹਦੇ ਸਾਰੇ ਸ਼ਾਮਲ ਹੋ? ਉਹ ਕਹਿੰਦੇ ਵੀ ਅਸੀਂ ਆਪ ਹੀ ਸਾਰੇ ਸ਼ਾਮਲ ਹਾਂ। ਪੈਸਾ ਕਿਸਾਨ ਕੋਲ ਨਹੀਂ ਜਾਂਦਾ। ਵਿਆਹਾਂ 'ਤੇ ਸਾਨੂੰ ਬੁਲਾਉਂਦੇ ਨੇ ਲੋਕ ਬਾਜੇ ਲਈ, ਤਾਂ ਉਹ ਵੀ ਛੱਡ ਗਏ। ਅਤੇ ਸਾਡਾ ਤਾਂ ਮਤਲਬ ਉਸ ਲੈਵਲ ਦੀਆਂ ਜਿਹੜੀਆਂ ਚੀਜ਼ਾਂ, ਕੱਪੜੇ ਵਾਲੇ ਜਿਹੜੇ ਵਪਾਰੀ ਆਏ, ਉਹ ਕਹਿੰਦੇ ਕੋਈ ਖਰੀਦਦਾਰ ਨਹੀਂ ਆ ਰਿਹਾ। ਅਗਲਾ ਕਹਿੰਦਾ ਵੀ ਇਹ ਪੈਸੇ ਅੱਜ ਐਤਕੀ ਹੈ ਨਹੀਂ। ਉਹ ਸਭ ਨੇ ਦੱਸਿਆ ਕਿ ਇੱਕ ਅਰਥ ਵਿਵਸਥਾ ਕਿਵੇਂ ਇਕੱਠੀ ਜੁੜੀ ਹੋਈ ਹੁੰਦੀ ਹੈ। ਇਹ ਪੰਜਾਬ ਦੀ ਹੋਂਦ ਦਾ ਸਵਾਲ ਹੈ, ਨਾ ਕਿ ਇਕੱਲੇ ਕਹਿ ਰਹੇ ਕਿਤੇ ਕਿਸਾਨੀ ਦੇ ਅੰਦੋਲਨ ਦਾ। ਸਮੁੱਚੀ ਪੰਜਾਬ ਦਾ ਜਿਹੜੀ ਅਰਥ ਵਿਵਸਥਾ ਹੈ, ਜਿਹਦੇ ਆਧਾਰ 'ਤੇ ਉਹ ਆਪਣੇ ਆਪ ਨੂੰ ਖੜਾ ਉਸ ਲੈਵਲ 'ਤੇ ਰੱਖਦਾ, ਉਹਦੇ ਲਈ ਪ੍ਰੋਸੈਸਿੰਗ ਇੰਡਸਟਰੀ ਦਾ ਵੀ ਸਵਾਲ ਹੈ। ਉਹ ਸਾਰੀਆਂ ਚੀਜ਼ਾਂ ਦੀ ਇਨਵੋਲਵਮੈਂਟ ਹੈ। ਇਸ ਕਰਕੇ ਇਕੱਲੇ ਕਿਸਾਨੀ ਦਾ ਸਵਾਲ ਨਹੀਂ ਹੈ, ਨਾ ਇਕੱਲੇ ਪਿੰਡ ਦਾ ਸਵਾਲ ਹੈ। ਇਹ ਪੇਂਡੂ, ਸ਼ਹਿਰੀ, ਮਜ਼ਦੂਰ, ਕਿਸਾਨ, ਕਾਰੀਗਰ ਅਤੇ ਸਭ ਦਾ ਹੀ ਇਹ ਸਾਂਝਾ ਸਵਾਲ ਹੈ। ਅਤੇ ਇਹਦੇ 'ਤੇ ਮੂਵਮੈਂਟ ਵੀ, ਅੰਦੋਲਨ ਵੀ ਸਾਂਝੇ ਤੌਰ 'ਤੇ ਜਿਹੜੇ ਹੋਣੀ ਚਾਹੀਦੀ ਆ। ਔਰ ਜੇਕਰ ਉਸ ਪਾਸੇ ਵੱਲ ਜਾਏਗਾ, ਔਰ ਜਿਵੇਂ ਜਾ ਰਿਹਾ ਕਿ ਹਰਿਆਣੇ ਦੇ ਵਿੱਚ ਵੀ ਹੋਇਆ
ਈਵਨ ਪਹਿਲਾਂ ਰਾਜਸਥਾਨ ਦੇ ਵਿੱਚ ਵੀ ਹੋਇਆ, ਯੂਪੀ ਦੇ ਵਿੱਚ ਵੀ ਪ੍ਰੋਟੈਸਟ ਹੋ ਰਹੇ ਨੇ। ਅਲੱਗ-ਅਲੱਗ ਜਗ੍ਹਾ ਤੋਂ ਜੇਕਰ ਲੋਕ ਇਹਨੂੰ ਦੇਖਣਗੇ ਤਾਂ ਇੱਕ ਡਿਮਾਂਡ ਜਿਹੜੀ ਬਹੁਤ ਵੱਡੇ ਪੱਧਰ ਤੇ ਕਿਸਾਨ ਕਰ ਰਹੇ ਨੇ। ਜੇ ਕੋਈ ਵੀ ਧਿਰ ਇਹ ਕਹਿ ਰਹੀ ਹੈ ਕਿ ਇਹਦੇ 'ਚੋਂ MSP ਨਹੀਂ ਜਾਏਗੀ, ਜੇ MSP ਨਾ ਵੀ ਜਾਵੇ, ਇੱਕ ਮਿੰਟ ਲਈ ਉਹਦੀ ਗੱਲ ਮੰਨ ਲਈ ਜਾਵੇ, ਤਾਂ ਵੀ ਫੈਡਰਲਿਜ਼ਮ ਜਾ ਰਿਹਾ, ਤੁਹਾਡੀ ਤਾਕਤ ਜਾ ਰਹੀ ਹੈ। ਜਦੋਂ ਤੁਹਾਡੀ ਤਾਕਤ ਜਾ ਰਹੀ ਹੈ ਮਤਲਬ ਟੈਕਸ ਲਾਉਣ ਦੀ ਤੇ ਹਟਾਉਣ ਦੀ, ਤਾਂ ਤੁਸੀਂ ਉਹਦੇ 'ਚ ਕੁਝ ਨਹੀਂ ਕਰ ਸਕਦੇ। MSP ਦੇ ਸਵਾਲ 'ਤੇ ਵੀ ਜਿਹੜੇ ਗਰੰਟੀ ਦੇਣਾ ਚਾਹੁੰਦੇ ਨੇ, ਤਾਂ ਇਸੇ ਪਾਰਲੀਮੈਂਟ ਦਾ ਸੈਸ਼ਨ ਆ ਰਿਹਾ, ਉਹਦੇ 'ਚ ਇੱਕ ਬਿੱਲ ਪਾਸ ਕਰਵਾ ਦੇਣ ਇਸ ਕਿਸਮ ਦਾ ਕਿ ਅਸ਼ੋਰਡ ਹੈ ਜੀ ਜਿਹੜੀ ਇਸ ਗੱਲ 'ਤੇ ਇਸ 'ਤੇ ਖਰੀਦੀ ਜਾਊਗੀ। ਇਕੱਲੇ ਮੰਤਰੀ ਦੀ ਚਿੱਠੀ ਦਾ ਸਵਾਲ ਨਹੀਂ ਹੁੰਦਾ, ਤੇ ਉੱਥੇ ਕਾਨੂੰਨ ਬਣਵਾ ਦਿਓ ਹੈ ਜਾ ਕੇ ਜੀ ਹਾਂ ਅਸੀਂ MSP ਵੀ ਜਾਰੀ ਰਹੇਗੀ ਤੇ MSP 'ਤੇ ਖਰੀਦ ਵੀ ਜਾਰੀ ਰਹੂਗੀ। ਔਰ ਜੇਕਰ ਇਹ ਗਰੰਟੀ ਹੋ ਜਾਏਗੀ ਤਾਂ ਸ਼ਾਇਦ ਮੇਰਾ ਖਿਆਲ ਹੈ ਕਿ ਅੰਦੋਲਨ ਦਾ ਵੀ ਰੁਖ ਉਸ ਲੈਵਲ ਦਾ ਨਹੀਂ ਰਹੂਗਾ। ਇੱਕ ਹਰਮੀਤ ਸਿੰਘ ਜੀ, ਜੇ ਇਹਨਾਂ ਆਰਡੀਨੈਂਸਾਂ ਨੂੰ ਦੇਖ ਕੇ ਲੈ ਕੇ ਕਹੀਏ ਆਪਾਂ, ਜਾਂ ਵੈਸੇ ਕਹੀਏ ਜਦ ਸਾਰਾ ਵੱਖ-ਵੱਖ ਵਰਗ ਜਿਹੜੇ ਹੈਗੇ ਪ੍ਰਭਾਵਿਤ ਹੋ ਰਹੇ ਨੇ, ਤੇ ਪੰਜਾਬ ਦੇ ਵਿੱਚ ਪਹਿਲਾਂ ਇਹ ਬਹੁਤ ਲੰਬੇ ਟਾਈਮ ਤੋਂ ਸੰਘਰਸ਼ ਚੱਲ ਰਿਹਾ, ਹੁਣ ਹਰਿਆਣੇ 'ਚ ਵੀ ਸ਼ੁਰੂ ਹੋ ਗਿਆ। ਇਹ ਜਿਹੜੇ ਐਡੇ ਵੱਡੇ ਸੰਘਰਸ਼ ਹੈ, ਇਹ ਨੈਸ਼ਨਲ ਮੀਡੀਆ ਦਾ ਹਿੱਸਾ ਨਹੀਂ ਬਣ ਪਾ ਰਹੇ, ਉੱਥੇ ਨਜ਼ਰ ਨਹੀਂ ਆ ਰਹੇ। ਇਹਨੂੰ ਆਪਾਂ ਕਿਵੇਂ ਦੇਖਾਂਗੇ? ਬਿਲਕੁਲ ਇਹ ਬਹੁਤ ਵੱਡਾ ਸਵਾਲ ਹੈ ਮੀਡੀਆ ਤੇ। ਮੀਡੀਆ ਸਾਰਾ ਸ਼ਹਿਰ ਕੇਂਦਰਤ ਹੈ, ਸ਼ਹਿਰ ਕੇਂਦਰਤ ਵੀ ਨਹੀਂ, ਕਾਰਪੋਰੇਟ ਕੰਟਰੋਲਡ ਹੈ, ਤੇ ਕੰਟਰੋਲ ਉਹਦੇ ਤੇ ਕਿਹਦਾ? ਤੇ ਉੱਥੇ ਸੁਸ਼ਾਂਤ ਦਾ ਇੱਕ ਖੁਦਕੁਸ਼ੀ ਦਾ ਕੇਸ, ਲੱਖਾਂ ਕਿਸਾਨ ਸੁਸਾਈਡ ਕਰ ਗਿਆ, ਕਦੇ ਕੇਸ ਕਦੇ ਉੱਭਰਦਾ ਦੇਖਿਆ, ਤੇ ਲੱਖਾਂ ਹਜ਼ਾਰਾਂ ਮਜ਼ਦੂਰ ਲੱਖਾਂ ਦੀ ਗਿਣਤੀ ਦੇ ਵਿੱਚ ਖੁਦਕੁਸ਼ੀ ਕਰ ਗਿਆ ਇਸ ਦੇਸ਼ ਦੇ ਵਿੱਚ, ਕਦੇ ਕੋਈ ਦੇਖਿਆ? ਮਜ਼ਦੂਰਾਂ ਦੇ ਵੱਡੇ ਵੱਡੇ, ਕਿਸਾਨਾਂ ਦੇ ਵੱਡੇ ਵੱਡੇ ਇਕੱਠ ਆਮ ਲੋਕਾਂ ਦੇ ਹੁੰਦੇ ਨੇ, ਲੱਖਾਂ ਮਜ਼ਦੂਰ ਤੁਰਿਆ ਗਿਆ ਸੜਕਾਂ ਦੇ ਉੱਤੇ, ਉਹਦੇ 'ਚ ਮੇਨ ਸਟ੍ਰੀਮ ਮੀਡੀਆ ਕਦੇ ਦੇਖਿਆ? ਇਸ ਲਈ ਮੀਡੀਆ ਵੀ ਬਾਇਸਡ ਹੈ ਉਹਨਾਂ ਲੋਕਾਂ ਪ੍ਰਤੀ ਜਿਨ੍ਹਾਂ ਨੂੰ ਸਮਝਦਾ ਕਿ ਪਛੜੇ ਹੋਏ ਨੇ ਜਾਂ ਬਾਕੀ ਨੇ। ਈਵਨ ਪ੍ਰਿੰਟ ਤੋਂ ਲੈ ਕੇ ਉਸ ਮੀਡੀਆ ਤੱਕ, ਈਵਨ ਰਿਪੋਰਟਰਾਂ ਦੇ ਐਂਗਲ ਤੋਂ ਲੈ ਕੇ, ਸਾਰੇ ਐਂਗਲ ਤੋਂ ਲੈ ਕੇ ਜਿਹੜਾ ਇੱਕ ਆਮ ਵਰਗ ਹੈ, ਉਹਦੇ 'ਚੋਂ ਵੀ ਅੱਗੇ ਰਿਮੋਟ 'ਚ ਪੇਂਡੂ ਵਰਗ ਹੈ, ਪੇਂਡੂ ਦੇ ਵਿੱਚੋਂ ਵੀ ਇੱਕ ਅਨਪੜ੍ਹ ਵਰਗ ਹੈ, ਅਨਪੜ੍ਹ ਦੇ ਵਿੱਚੋਂ ਵੀ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਹੈ, ਉਹ ਸਾਡੇ ਸੀਨ ਦੇ ਵਿੱਚ ਉਸ ਲੈਵਲ 'ਤੇ ਸਾਹਮਣੇ ਨਹੀਂ ਆਉਂਦਾ ਮੀਡੀਆ ਉਸ ਪੱਧਰ ਦੇ ਉੱਤੇ। ਔਰ ਇੱਕ ਕੁਐਸਚਨ ਮਾਰਕ ਹੈ ਬਹੁਤ ਵੱਡਾ ਉਸ ਸਵਾਲ ਦੇ ਉੱਤੇ। ਤੇ ਤੁਸੀਂ ਜੇ ਕਹਿੰਦੇ ਹੋ ਕਿ ਦੇਸ਼ ਦੀ ਅਸੀਂ ਗੱਲ ਕਰਦੇ ਹਾਂ, ਜੇ ਕਹਿੰਦੇ ਹੋ ਇਨਸਾਨੀਅਤ ਦੀ ਗੱਲ ਕਰਦੇ ਹਾਂ, ਤਾਂ ਪਿੰਡਾਂ 'ਚ ਰਹਿਣ ਵਾਲੀ 69% ਪਾਪੂਲੇਸ਼ਨ ਦੇਸ਼ ਨਹੀਂ ਹੈ। ਇਹਦਾ ਮਤਲਬ ਉਹ ਹਜ਼ਾਰਾਂ ਦੀ ਗਿਣਤੀ 'ਚ DC ਦਫ਼ਤਰਾਂ ਦੇ ਧਰਨਿਆਂ 'ਚ ਬੈਠੇ ਹੋਣ, ਤੁਹਾਡੀ 1 ਮਿੰਟ ਦੀ ਵੀ ਕਿਸੇ ਨੈਸ਼ਨਲ TV ਚੈਨਲ ਦੇ ਉੱਤੇ ਗੱਲ ਨਾ ਹੋਵੇ ਕਿਸੇ ਵੀ ਰੂਪ ਦੇ ਵਿੱਚ, ਤਾਂ ਇਹ ਮਤਲਬ ਇੱਕ ਅੰਤਰਝਾਤ ਉਸ ਲੈਵਲ 'ਤੇ ਮਾਰਨੀ ਪਏਗੀ। ਤੁਹਾਡੇ ਲਈ ਜੂਸੀ ਸਟੋਰੀਆਂ ਉਹ ਵੀ ਸਟੋਰੀ ਹੋ ਸਕਦੀ ਹੈ, ਪਰ ਉਹਦਾ ਇੱਕ ਘੱਟੋ ਘੱਟ ਸੈਗਮੈਂਟ ਦਿਓ ਉਸ ਲੈਵਲ ਦੇ। ਨਹੀਂ ਤੁਸੀਂ ਦਿੰਦੇ ਤਾਂ ਕੰਗਣਾ ਰਣੌਤ ਆਉਂਦੀ ਹੈ, ਸੁਸ਼ਾਂਤ ਆਉਂਦਾ ਹੈ, ਬਾਕੀ ਦੀਆਂ ਚੀਜ਼ਾਂ ਆਉਂਦੀਆਂ ਨੇ, ਉਹ ਸਾਰੀਆਂ ਆਉਂਦੀਆਂ ਰਹਿੰਦੀਆਂ ਨੇ, ਦੂਜੀਆਂ ਨਹੀਂ ਹੈ। ਔਰ ਇਸੇ ਕਰਕੇ ਸਾਡਾ ਜਿਹੜਾ ਇੱਕ ਭਰੋਸੇਯੋਗਤਾ ਹੈ ਕਿ ਤੁਸੀਂ ਲੋਕਾਂ ਦੀਆਂ ਸਮੱਸਿਆਵਾਂ ਉਠਾ ਰਹੇ ਹੋ, ਉਹਨੂੰ ਵੀ ਸੱਟ ਵੱਜਦੀ ਹੈ। ਜਿੱਥੇ ਡੈਮੋਕ੍ਰੇਸੀ ਦੇ ਦੂਜੇ ਪਹਿਲੂ ਨੇ, ਸਾਡੀਆਂ ਪਾਰਟੀਆਂ ਕੇਵਲ ਵੋਟ ਬੈਂਕ ਤੱਕ ਸੀਮਿਤ ਹੋ ਗਈਆਂ, ਆਰਥਿਕ ਮਾਡਲ ਕੇਵਲ ਕੁਝ ਪਰਿਵਾਰਾਂ ਦੇ ਕੋਲ ਪੈਸੇ ਇਕੱਠੇ ਕਰਨ ਤੱਕ ਸੀਮਿਤ ਹੋ ਗਿਆ, ਸੱਭਿਆਚਾਰ ਸਾਡਾ ਕੁਝ ਇਹੋ ਜਿਹੇ ਗਾਣੇ ਜਿਹੜੇ ਜੱਟਾਂ ਦੀ ਰਾਈਫਲ ਤੇ ਗੋਲੀਆਂ ਚਲਾਉਣ ਤੱਕ ਜਾਂਦਾ, ਉੱਥੇ ਤੱਕ ਸੀਮਿਤ ਹੋ ਗਿਆ। ਇਸੇ ਤਰ੍ਹਾਂ ਮੀਡੀਆ ਦੀ ਇੱਕ ਡੈਮੋਕ੍ਰੇਸੀ ਜਿਹੜਾ 4th ਪਿਲਰ ਕਹਿੰਦੇ ਆ, ਉਹ ਵੀ ਉੱਥੇ ਤੱਕ ਹੀ ਸੀਮਿਤ ਹੁੰਦਾ ਜਾ ਰਿਹਾ। ਔਰ ਇਹਨੂੰ ਡੈਮੋਕ੍ਰੈਟਿਕ ਵੈਲਿਊ ਸਿਸਟਮ ਤਾਂ ਆਉਂਦਾ ਜੇ ਸਾਰੇ ਲੋਕਾਂ ਦੀ ਗੱਲ ਕੀਤੀ ਜਾਏ, ਉਸ ਪਾਸੇ ਵੱਲ ਸੋਚਣਾ ਜ਼ਰੂਰੀ ਹੈ। ਇਹ ਸਨ ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਕੋਆਰਡੀਨੇਟਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਿਚਾਰ ਜਿਹੜੇ ਹੈਗੇ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।